बात करांगे ਵੱਡੀ ਖਬਰ ਤੋਂ। ਡੇਂਗੂ ਦੇ ਵਾਧੇ ਕੇਸਾਂ ਨੂੰ ਲੈ ਕੇ ਕੈਪਟਨ ਨੇ ਚੰਨੀ ਸਰਕਾਰ ਤੇ ਸਵਾਲ ਚੁੱਕੇ ਨੇ। ਪੰਜਾਬ ਦੇ ਵਿੱਚ ਡੇਂਗੂ ਦੇ ਮਾਮਲੇ ਦੇ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਕੈਪਟਨ ਅਮਰਿੰਦਰ ਦਾ ਇਹ ਬਿਆਨ ਸਾਹਮਣੇ ਆਇਆ ਹੈ। ਤੁਰੰਤ ਜ਼ਰੂਰੀ ਕਦਮ ਚੁੱਕੇ ਚੰਨੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਡੇਂਗੂ ਨੂੰ ਰੋਕਣ ਦੇ ਲਈ, ਇਸ ਦੀ ਰੋਕਥਾਮ ਦੇ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ। ਜੇ ਸਥਿਤੀ ਨਾ ਸੰਭਾਲੀ ਗਈ ਤਾਂ ਹਾਲਾਤ ਵਿਗੜ ਸਕਦੇ ਨੇ, ਕਿਉਂਕਿ ਜਿਵੇਂ ਲਗਾਤਾਰ ਅਸੀਂ ਵੀ ਖਬਰਾਂ ਦਿਖਾਉਂਦੇ ਹਾਂ ਕਿ ਪੰਜਾਬ ਦੀਆਂ ਵੱਖ-ਵੱਖ ਜਗ੍ਹਾਵਾਂ ਤੋਂ ਲਗਾਤਾਰ ਡੇਂਗੂ ਦੇ ਕੇਸ ਸਾਹਮਣੇ ਆ ਰਹੇ। ਡੇਂਗੂ ਦੇ ਕੇਸਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ। ਹਾਲਾਂਕਿ ਸਰਕਾਰ ਦੇ ਵੱਲੋਂ, ਸਿਹਤ ਵਿਭਾਗ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਪੂਰੇ ਸਖਤ ਕਦਮ ਹੀ ਸਰਕਾਰ ਦੇ ਵੱਲੋਂ ਚੁੱਕੇ ਜਾ ਰਹੇ ਨੇ। ਖਾਸ ਤਰ੍ਹਾਂ ਦੇ ਪ੍ਰਬੰਧ ਵੀ ਹਸਪਤਾਲਾਂ ਦੇ ਵਿੱਚ ਕੀਤੇ ਜਾ ਰਹੇ ਨੇ। ਪਰ ਇਸ ਦੇ ਵਿਚਾਲੇ ਕੈਪਟਨ ਅਮਰਿੰਦਰ ਦਾ ਬਿਆਨ ਸਾਹਮਣੇ ਆਇਆ। ਚੰਨੀ ਸਰਕਾਰ ਤੇ ਸਵਾਲ ਚੁੱਕੇ ਨੇ ਕੈਪਟਨ ਅਮਰਿੰਦਰ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਡੇਂਗੂ ਦੇ ਮਾਮਲਿਆਂ ਦੇ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਤੁਰੰਤ ਜ਼ਰੂਰੀ ਕਦਮ ਚੁੱਕੇ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ ਤਾਂ ਕਿ ਡੇਂਗੂ ਤੇ ਰੋਕਥਾਮ ਕੀਤੀ ਜਾ ਸਕੇ। ਡੇਂਗੂ ਤੋਂ ਲੋਕਾਂ ਨੂੰ, ਸੂਬੇ ਦੀ ਜਨਤਾ ਨੂੰ ਬਚਾਇਆ ਜਾ ਸਕੇ। ਜੇ ਸਥਿਤੀ ਨਾ ਸੰਭਾਲੀ ਤਾਂ ਹਾਲਾਤ ਵਿਗੜ ਸਕਦੇ ਨੇ। ਕੈਪਟਨ ਨੇ ਵੀ ਕਿਹਾ ਕਿ ਜੇ ਸਥਿਤੀ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਨੇ। ਕੈਪਟਨ ਅਮਰਿੰਦਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਦੇ ਵਿੱਚ ਡੇਂਗੂ ਦੇ ਮਾਮਲਿਆਂ ਦੇ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਤੇ ਕਾਬੂ ਪਾਉਣ ਦੇ ਲਈ ਤੁਰੰਤ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਨੇ। ਤਿਉਹਾਰਾਂ ਦੇ ਮੌਸਮ ਦੇ ਨਾਲ ਮਾਮਲੇ ਹੋਰ ਵਿਗੜ ਸਕਦੇ ਨੇ। ਜਿਵੇਂ ਕਿ ਤਿਉਹਾਰਾਂ ਦਾ ਸੀਜ਼ਨ ਹੈ ਤੇ ਤਿਉਹਾਰਾਂ ਦੇ ਸੀਜ਼ਨ ਦਾ ਵੀ ਕੈਪਟਨ ਅਮਰਿੰਦਰ ਦੇ ਵੱਲੋਂ ਹਵਾਲਾ ਦਿੱਤਾ ਗਿਆ ਕਿ ਇਸ ਦੌਰਾਨ ਹੋਰ ਹਾਲਾਤ ਖਰਾਬ ਹੋ ਸਕਦੇ ਨੇ ਜੇਕਰ ਸਥਿਤੀ ਨੂੰ ਨਾ ਨਜਿੱਠਿਆ ਗਿਆ। ਕੈਪਟਨ ਦਾ ਟਵੀਟ ਕੀ ਹੈ, ਟਵੀਟ ਦੇ ਵਿੱਚ ਕੀ ਲਿਖਿਆ, ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਡੇਂਗੂ ਦੇ ਮਾਮਲਿਆਂ ਦੇ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਤੇ ਕਾਬੂ ਪਾਉਣ ਦੇ ਲਈ ਤੁਰੰਤ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਨੇ। ਤਿਉਹਾਰਾਂ ਦੇ ਮੌਸਮ ਦੇ ਨਾਲ ਮਾਮਲੇ ਹੋਰ ਵਿਗੜ ਸਕਦੇ ਨੇ। रुक करांगे अगली वड्डी खबर दा। मुख मंत्री चन्नी ने अज प्रशासनिक अफसरां दी अहम बैठक सद ली है। सारे जिलिਆਂ ਦੇ ਡੀਸੀ ਤੇ ਐਸਐਸਪੀ इस बैठक ਦੇ ਵਿੱਚ शामिल होणगे। ਅੱਜ ਸ਼ਾਮ ਨੂੰ 7 ਵਜੇ ਪੰਜਾਬ ਭਵਨ ਦੇ ਵਿੱਚ बैठक ਰੱਖੀ ਗਈ ਹੈ। ਵਿਕਾਸ ਕਾਰਜਾਂ ਤੇ ਕਾਨੂੰਨ ਵਿਵਸਥਾ ਦੀ ਇਸ ਦੌਰਾਨ ਸਮੀਖਿਆ ਕੀਤੀ ਜਾਵੇਗੀ। ਸੋ ਇਹ बैठक ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 1 ਨਵੰਬਰ ਨੂੰ ਯਾਨੀ ਕੱਲ ਸਰਕਾਰ ਦੇ ਵੱਲੋਂ ਕੋਈ ਵੱਡਾ ਇਤਿਹਾਸਕ ਫੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਹ ਬੈਠਕ ਹੋਣੀ ਪ੍ਰਸ਼ਾਸਨਿਕ ਅਫਸਰਾਂ ਦੇ ਨਾਲ, ਡੀਸੀਜ਼ ਦੇ ਨਾਲ, ਐਸਐਸਪੀਜ਼ ਦੇ ਨਾਲ, ਤਾਂ ਕਿਤੇ ਇਤਿਹਾਸਕ ਫੈਸਲੇ ਦੇ ਨਾਲ ਵੀ ਇਸ ਬੈਠਕ ਨੂੰ ਜੋੜ ਕੇ ਵੇਖਿਆ ਜਾ ਸਕਦਾ ਹੈ। ਖੈਰ ਇਹ ਤਾਂ ਇਸ ਬੈਠਕ ਤੋਂ ਬਾਅਦ 'ਚ ਪਤਾ ਲੱਗੇਗਾ ਕਿ ਇਸ ਬੈਠਕ ਦਾ ਕੀ ਏਜੰਡਾ ਰਹਿੰਦਾ, ਇਸ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਤੇ ਡਿਸਕਸ਼ਨ ਹੁੰਦੀ ਹੈ, ਚਰਚਾ ਹੁੰਦੀ ਹੈ। ਤੇ ਫਿਲਹਾਲ ਤਾਂ ਇਹੀ ਕਿਹਾ ਜਾ ਰਿਹਾ ਕਿ ਵਿਕਾਸ ਕਾਰਜਾਂ ਤੇ ਕਾਨੂੰਨ ਵਿਵਸਥਾ ਦੀ ਇਸ ਦੌਰਾਨ ਸੀਐਮ ਚੰਨੀ ਦੇ ਵੱਲੋਂ ਸਮੀਖਿਆ ਕੀਤੀ ਜਾਵੇਗੀ, ਫੀਡਬੈਕ ਲਿਆ ਜਾਵੇਗਾ ਵੱਖ-ਵੱਖ ਜ਼ਿਲ੍ਹਿਆਂ ਦਾ, ਡੀਸੀਜ਼ ਤੋਂ ਤੇ ਐਸਐਸਪੀਜ਼ ਤੋਂ। रुक करांगे अगली खबर दा। बठिंडा बस स्टैंड पहुंचे ने ट्रांसपोर्ट मंत्री राजा वड़िंग। बस स्टैंड का उन्होंने वालों निरीक्षण किया गया। बसां दे विच सफर कर रहे लोगों की परेशानी भी उन्होंने वालों जानी गई है। दिल्ली के सीएम केजरीवाल से भी एक बार फिर राजा वड़िंग ने निशाना साधिया है। पंजाब रोडवेज दी बसां दिल्ली एयरपोर्ट तक ना जाण देण ते उन्होंने वालों निशाना साधिया गया। पिछले दिनों वालों ट्वीट भी किया गया सीगा। इस तो पहलां दी जेकर गल कीती जाए तो मुलाकात का समा भी मंगिया गया सीगा कि दिल्ली एयरपोर्ट ते रोडवेज दी बसां नूं जाण दी इजाजत क्यों नहीं, इस करके मुलाकात का समा दिता जाए। हालांकि मुलाकात का समा नहीं मिला तो उसनूं लैके भी लगातार राजा वड़िंग अरविंद केजरीवाल नूं निशाने ते लै रहे ने। पिछले दिनों के वालों ट्वीट भी किया गया तो अज एक बार फिर इस मुद्दे ते अरविंद केजरीवाल से भी उन्होंने निशाना साधिया है। ट्रांसपोर्ट सिस्टम साडा तो सुधरिया हुआ है। 54 लाख रुपया सानू मुनाफा हो रहा है। असी सुधार बारे या ना सुधार बारे तो कोई गल ही नहीं हो रही। इस तरह कहने कि प्राइवेट ऑपरेटर्स ने जिहड़े वड्डे वड्डे सरदार है जिन्हां दे खिलाफ आके केजरीवाल भाषण दिंदे ने, उन्हां लोगां दीयां बसां एयरपोर्ट तक जांदी है लेकिन सरकार दी बस एयरपोर्ट तक नहीं जाती। राजस्थानों बस आउंदी है, सानू बड़ी खुशी है कि राजस्थान सरकार दी बस है। राजस्थान सरकार मतलब लोगां दी बस है। ये पीआरटीसी आम लोगां दी जनता दी बस है। ये जिहड़ी रोडवेज है जनता दी बस है। सो केजरीवाल जो जनता की गल करते हैं, अगर मैं दिल्ली का मुख्यमंत्री होवां तो मैं बिना परमिट तो सरकार की बस भी चला सकता है। किहड़े नॉर्म्स की गल करते हैं? सरकार की चल रही है ना, किहड़ा राजे वड़िंग की चल रही है। सो जे वो पंजाब नूं प्यार करते हैं, मैनूं 20 दिन हो गए चिट्ठी लिखी नूं लेकिन चिट्ठी का कोई जवाब नहीं। हरसिमरत कौर बादल का की कहना है क्योंकि उन्होंने तो असीं सफाई करते हैं
ਅਸੀਂ ਸਫਾਈ ਤਾਂ ਕਰ ਰਹੇ ਨਾ, ਕੂੜਾ ਕੰਕਰ ਚੱਕ ਰਹੇ, ਉਹਨਾਂ ਨੇ ਤਾਂ ਪੰਜਾਬ ਦੀ ਸਫਾਈ ਕਰਤੀ। ਸਾਰਾ ਪਰਿਵਾਰ ਹੈ ਉਹਨਾਂ 'ਚ ਦਿਲ। ਕਾਂਗਰਸ ਪਾਰਟੀ ਨੇ ਇੱਕ ਗਰੀਬ ਵਿਅਕਤੀ ਨੂੰ, ਆਮ ਸਧਾਰਨ ਨੂੰ ਪੰਜਾਬ ਦਾ ਮੁੱਖ ਮੰਤਰੀ ਘੋਸ਼ਿਤ ਕੀਤਾ ਹੈ ਉਹਨਾਂ 'ਚ ਦਿਲ। 5 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, 2 ਵਾਰੀ ਕੇਂਦਰ ਮੰਤਰੀ ਹਰਸਿਮਰਤ ਕੌਰ ਰਹਿ ਗਈ ਹੈ, ਕੇਂਦਰੀ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਰਹਿ ਗਿਆ, ਹਰਸਿਮਰਤ ਦਾ ਭਰਾ ਰਹਿ ਗਿਆ ਮਜੀਠਾ ਮੰਤਰੀ ਰਹਿ ਗਿਆ, ਜਵਾਈ ਰਹਿ ਗਿਆ। ਅਗਰ ਉਹਨਾਂ ਦੇ ਵਿੱਚ ਦਿਲ ਹੈਗਾ ਤਾਂ ਕਿਸੇ ਆਮ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਅਨਾਉਂਸ ਕਰਨ ਤੇ ਕਹਿਣ ਕਿ ਅਗਰ ਅਕਾਲੀ ਦਲ ਦੀ ਸਰਕਾਰ ਆਏਗੀ ਤੇ ਸਾਡਾ ਮੁੱਖ ਮੰਤਰੀ ਦਾ ਚਿਹਰਾ ਬਾਦਲ ਪਰਿਵਾਰ ਚੋਂ ਨਹੀਂ ਕਿਸੇ ਹੋਰ ਚੋਂ ਹੋਏਗਾ। ਦਿਲ ਹੈਗਾ। ਹਰਸਿਮਰਤ ਕੌਰ ਬਾਦਲ ਦਾ ਬੜਾ ਕੁਝ ਕਹਿੰਦਾ, ਨਵਾਂ ਪੰਜਾਬ ਬਣਾਤਾ, 650 ਕਿਸਾਨ ਮਰ ਗਿਆ। ਇਹ ਹੁਣ ਕਿਸਾਨਾਂ ਤੋਂ ਬਿਨਾਂ ਇੱਕ ਨਵਾਂ ਪੰਜਾਬ ਉਸਾਰਨ ਦੀ ਗੱਲ ਕਰ ਰਹੇ ਹੈ। 650 ਕਿਸਾਨ ਮਰ ਗਿਆ। ਤੇ ਮੈਂ ਤਾਂ ਉਹ ਪਹਿਲੇ ਦਿਨ ਕਿਹਾ ਕਿ ਕੈਪਟਨ ਸਾਹਿਬ ਕੰਪਰੋਮਾਈਜ਼ ਚੀਫ ਮਿਨਿਸਟਰ ਨੇ, ਬਾਦਲਾਂ ਨਾਲ ਉਹਨਾਂ ਨੇ ਕੰਪਰੋਮਾਈਜ਼ ਕੀਤਾ। ਨਹੀਂ 54 ਲੱਖ ਰੁਪਏ ਦਾ ਮੁਨਾਫਾ 4.5 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ। ਅੱਜ ਜੋ ਮੈਂ ਕੰਮ ਕਰਦਾ ਪਹਿਲਾਂ ਹੋ ਜਾਣਾ ਚਾਹੀਦਾ ਸੀ। ਦੋਬਾਲ ਨੇ ਸਰਕਾਰ ਚਲਾਈ, ਇਹ ਮਨ ਦੇ ਵਿੱਚ ਪਹਿਲਾਂ ਸੀ ਕੈਪਟਨ ਸਾਹਿਬ ਦੇ ਕਿ ਮੈਂ 50 ਸਾਲਾਂ ਬਾਅਦ ਮੈਂ ਸਰਕਾਰ ਦੇ ਨਵੀਂ ਸਰਕਾਰ ਅਸੀਂ ਬਣਾਵਾਂਗੇ, ਇਹਨੂੰ ਛੱਡ ਕੇ ਤੇ ਮੁੜ ਕੇ ਭਾਜਪਾ ਨਾਲ ਯੂਜ਼ ਕਰਾਂਗੇ ਸਾਰਾ ਕੁਝ। ਸੋ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਵੱਲੋਂ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ ਗਿਆ, ਉਹਨਾਂ ਦਾ ਕਹਿਣਾ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਨਾ ਕਿਉਂ ਨਹੀਂ ਜਾਣ ਦਿੱਤੀਆਂ ਜਾ ਰਹੀਆਂ, ਇਸ ਨੂੰ ਲੈ ਕੇ ਮੁਲਾਕਾਤ ਦਾ ਵੀ ਸਮਾਂ ਮੰਗਿਆ ਗਿਆ ਸੀਗਾ ਤੇ ਲਗਾਤਾਰ ਅਰਵਿੰਦ ਕੇਜਰੀਵਾਲ ਤੇ ਰਾਜਾ ਵੜਿੰਗ ਨਿਸ਼ਾਨੇ ਸਾਧ ਰਹੇ ਨੇ। ਉੱਥੇ ਅਕਾਲੀ ਦਲ ਨੂੰ ਚੁਣੌਤੀ ਦਿੱਤੀ ਹੈ ਕਿ ਅਕਾਲੀ ਦਲ ਵੀ ਕਿਸੇ ਆਮ ਆਦਮੀ ਨੂੰ, ਬਾਦਲ ਪਰਿਵਾਰ ਤੋਂ ਇਲਾਵਾ ਕਿਸੇ ਆਮ ਆਦਮੀ ਨੂੰ ਸੀਐਮ ਫੇਸ ਅਨਾਉਂਸ ਕਰੇ। ਸਿੱਧੇ ਤੌਰ ਤੇ ਚੁਣੌਤੀ ਦਿੱਤੀ ਗਈ ਹੈ ਰਾਜਾ ਵੜਿੰਗ ਦੇ ਵੱਲੋਂ ਅਕਾਲੀ ਦਲ ਨੂੰ। ਉੱਥੇ ਕੈਪਟਨ ਅਮਰਿੰਦਰ ਨੂੰ ਵੀ ਨਿਸ਼ਾਨੇ ਤੇ ਲਿਆ। ਰਾਜਾ ਵੜਿੰਗ ਨੇ ਕਿਹਾ ਹੈ ਕਿ ਕੰਪਰੋਮਾਈਜ਼ ਸੀਐਮ ਰਹੇ ਨੇ, ਮੁੱਖ ਮੰਤਰੀ ਰਹੇ ਨੇ ਕੈਪਟਨ ਅਮਰਿੰਦਰ। ਇੱਕ ਵਾਰ ਫਿਰ ਕੈਪਟਨ ਅਮਰਿੰਦਰ ਤੇ ਵਰਦੇ ਹੋਏ ਨਜ਼ਰ ਆਏ ਰਾਜਾ ਵੜਿੰਗ। ਰੁਕ ਕਰਦੇ ਹਾਂ ਅਗਲੀ ਵੱਡੀ ਖਬਰ ਦਾ। ਖਬਰ ਗਵਾਂਢੀ ਸੂਬੇ ਹਰਿਆਣਾ ਦੇ ਨਾਲ ਜੁੜੀ ਹੋਈ ਹੈ। ਹਰਿਆਣਾ ਦੇ ਵਿੱਚ ਵੀ ਪਟਾਕੇ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਰਿਆਣਾ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਗਾਈਡਲਾਈਨ ਜਾਰੀ ਕਰ ਦਿੱਤੀਆਂ ਗਈਆਂ ਨੇ। ਐਨਸੀਆਰ ਦੇ ਵਿੱਚ ਪਟਾਕੇ ਚਲਾਉਣ ਅਤੇ ਵਿਕਰੀ ਤੇ ਪੂਰੀ ਤਰ੍ਹਾਂ ਬੈਨ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਪਟਾਕੇ ਚਲਾਉਣ ਦੇ ਲਈ ਟਾਈਮ ਟੇਬਲ ਵੀ ਤੈਅ ਕੀਤਾ ਗਿਆ ਹੈ। ਸੋ ਵੱਡਾ ਫੈਸਲਾ ਹਰਿਆਣਾ ਸਰਕਾਰ ਦੇ ਵੱਲੋਂ ਇਹ ਲਿਆ ਗਿਆ ਹੈ। ਦੀਵਾਲੀ ਤੇ ਗ੍ਰੀਨ ਪਟਾਕੇ ਰਾਤ ਨੂੰ 8 ਵਜੇ ਤੋਂ ਰਾਤ 10 ਵਜੇ ਤੱਕ ਚਲਾਏ ਜਾ ਸਕਣਗੇ। ਉੱਥੇ ਹੀ ਛਠ ਦੇ ਤਿਉਹਾਰ ਤੇ ਪਟਾਕੇ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਚਲਾਏ ਜਾ ਸਕਣਗੇ। ਨਵੇਂ ਸਾਲ ਦੇ ਮੌਕੇ ਤੇ ਰਾਤ 11:55 ਤੋਂ ਲੈ ਕੇ 12:30 ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਸੋ ਹਰਿਆਣਾ ਸਰਕਾਰ ਦੇ ਵੱਲੋਂ ਇਹ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ। ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਮਨੋਜ जुड़े हुए हैं। मनोज, विस्तार ਦੇ ਨਾਲ ਜਾਨਣਾ ਚਾਹਾਂਗੇ ਕਿ आखिरकार सरकार का यह बड़ा फैसला है की है? बिल्कुल, देखिए पटाखों को लेकर लगातार देश में चर्चा चल रही थी। अब सुप्रीम कोर्ट ने भी इस पर रोक लगाई है, तो हरियाणा सरकार ने इस पर अपनी गाइडलाइंस जारी कर दी हैं। दरअसल हरियाणा के करीब 14 जिले एनसीआर में आते हैं। इन सभी 14 जिलों में पटाखों की बिक्री और उनके इस्तेमाल पर पूरी तरीके से पाबंदी रहेगी। इसके अलावा जो 14 जिलों के अलावा कोई शहर और कस्बा जिनकी एयर क्वालिटी यानी कि वायु प्रदूषण का जो स्तर है पुअर और एंड अबव कैटेगरी से में आता है या उससे ऊपर है, वहां पर भी ये पटाखों की बिक्री पर पूरी तरीके से प्रतिबंध रहेगा। इसके अलावा जो शहर हैं वहां ग्रीन पटाखे चलाए जा सकेंगे और ग्रीन पटाखे चलाने की भी समय सारणी तय कर दी गई है। ऐसा नहीं कि ग्रीन पटाखे कभी भी कोई चला सकेगा। दीपावली पर सिर्फ 2 घंटे के लिए 8 बजे से रात 10 बजे तक, छठ पे सुबह 6 बजे से 8 बजे तक और नए साल पर 11:55 से 12:30 तक चलाए जा सकेंगे। और इसके लिए बाकायदा मॉनिटरिंग करने के लिए भी डिप्टी कमिश्नर्स को कहा गया है और ये कहा गया है कि बिल्कुल सख्ती से नियमों की पालना करवाएं। अगर इन नियमों की अवहेलना होती है तो फिर सख्ती से कार्रवाई भी की जाएगी। इसके साथ साथ ऑनलाइन पटाखों की जो बिक्री है उस पर भी प्रतिबंध लगा दिया गया है। सिर्फ लाइसेंस विक्रेता ही पटाखे हरियाणा में ग्रीन पटाखे बेच सकेंगे। जी हाँ, ठीक है मनोज, फिलहाल की पूरी जानकारी बहुत बहुत धन्यवाद।